सो जिवें कि तुहानूं पता है कि अपने जिले दे विच ਜਿਹੜੇ ਸੀਗੇ ਇਲੈਕਸ਼ਨ ਦਾ ਪ੍ਰੋਸੈਸ ਪੂਰਾ ਹੋ ਚੁੱਕਿਆ ਸੀ ਤੇ ਹੁਣ ਪੰਜਾਬ ਦੀ ਜਿਹੜੀ ਕਾਊਂਟਿੰਗ ਹੈਗੀ ਹੈ 20 ਤਰੀਕ ਨੂੰ ਡਿਊ ਹੈਗੀ ਹੈ। ਸੋ ਅਸੀਂ ਜਿਹੜੇ ਡਿਸਟ੍ਰਿਕਟ ਨੇ ਆਪਣੇ ਪ੍ਰਬੰਧ ਕਰਨੇ ਹੁੰਦੇ ਕਾਊਂਟਿੰਗ ਦੇ ਐਸ ਪਰ ਗਾਈਡਲਾਈਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਅਸੀਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹੈਗੇ। ਕਾਊਂਟਿੰਗ ਵਾਸਤੇ ਜਿਹੜੇ ਹੈਗੇ ਨੇ ਸਾਡੀਆਂ 2 ਲੋਕੇਸ਼ਨਸ ਹੈਗੀਆਂ ਨੇ, 4 ਕਾਊਂਟਿੰਗ ਸੈਂਟਰ ਨੇ। एक लोकेशन जी हैगी है साडी फाजिलका दे विच हैगी है, जिहड़ा बॉयज़ स्कूल है सीनियर सैकेंडरी स्कूल, ਉਹਦੇ ਵਿੱਚ ਜਲਾਲਾਬਾਦ ਦਾ और फाजिलका ਦਾ काउंटिंग सेंटर है। साडे स्ट्रॉन्ग रूम भी उत्थे बने हुए हैं उन्होंने। सो ऑल ਜਿਹੜੇ ਸਾਡੇ ਪ੍ਰਬੰਧ ਹੈਗੇ ਨੇ ਉੱਥੇ ਕੀਤੇ ਜਾਣੇ ਨੇ। ਉੱਥੇ ਗਿਣਤੀ ਹੋਵੇਗੀ ਜਲਾਲਾਬਾਦ ਦੀ और फाजिलका ਦੀਆਂ ਵੋਟਾਂ ਦੀ। ਇਸੇ ਤਰ੍ਹਾਂ ਜਿਹੜੀ ਸਾਡੀ ਲੋਕੇਸ਼ਨ ਦੂਸਰੀ ਹੈਗੀ ਉਹ ਅਬੋਹਰ ਦੇ ਵਿੱਚ ਹੈ। ਅਬੋਹਰ ਦੇ ਵਿੱਚ ਜਿਹੜੀ ਹੈਗੀ ਹੈ DAV ਕਾਲਜ ਹੈ ਜਿਹੜਾ, ਉਹਦੇ ਵਿੱਚ 2 ਕਾਊਂਟਿੰਗ ਹਾਲ ਨੇ। ਉਹਦੇ ਵਿੱਚ ਇੱਕ ਤੇ ਬਲੂਆਣਾ ਵਾਸਤੇ ਹੈ ਕਾਊਂਟਿੰਗ ਹਾਲ ਔਰ ਦੂਸਰਾ ਜਿਹੜਾ ਹੈਗਾ ਆ ਅਬੋਹਰ ਵਾਸਤੇ ਹੈ। ਸੋ ਸਾਡੀ ਜਿਹੜੀ ਤਿਆਰੀ ਅਸੀਂ ਕਰਨੀ ਹੁੰਦੀ ਹੈ ਕਾਊਂਟਿੰਗ ਸੈਂਟਰਸ ਦੇ ਵਿੱਚ, ਅਸੀਂ ਸਿਕਿਉਰਿਟੀ ਦੇ ਪੱਖੋਂ ਤੇ ਸਾਡੇ ਜਿਹੜੇ ਐਡਮਿਨਿਸਟ੍ਰੇਟਿਵ ਗਰਾਊਂਡ ਦੇ ਵਿੱਚ ਜਿਹੜਾ ਅਸੀਂ ਆਪਣਾ ਚੈੱਕ ਕਰਨਾ ਸੀਗਾ, ਅਸੀਂ ਰਾਊਂਡ ਲਗਾ ਕੇ ਆਏ ਹੈਗੇ ਆ। ਆਲਰੇਡੀ ਮੈਂ ਔਰ SSP ਸਾਹਿਬ ਨੇ ਦੌਰਾ ਵੀ ਕੀਤਾ ਸੀ ਔਰ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈਗਾ ਆ। ਤਾਂ ਅਸੀਂ ਬਿਲਕੁਲ ਕਾਊਂਟਿੰਗ ਕਰਾਉਣ ਵਾਸਤੇ प्रॉपर तैयारी की हुई है। साडी पुलिस फोर्स भी अपनी जगह के उत्ते मौजूद हैगी है। SSP साहब तुहानूं लॉ एंड ऑर्डर बारे बाद विच ब्रीफ करनगे ते जी मैं तुहानूं कुछ गाइडलाइंस हैगियां ने जिहदे बारे जानकारी देना चाहुंदी हां। सो साडे कोल 4 कॉन्स्टिट्यूएंसीज ने, तुहानूं पता ही हैगी साडे कोल 4 RO ने, 79 जलालाबाद, 80 फाजिलका, 81 अबोहर ते 82 बलूआणा जिहड़ी कि रिजर्व कॉन्स्टिट्यूएंसी है। ਇਹਦੇ ਵਾਸਤੇ ਜਿਹੜੇ ਅਸੀਂ ਹੈਗੇ ਨੇ ਜਿਹੜਾ ਸਟਾਫ ਲਗਾਇਆ ਹੈਗਾ 79 ਜਲਾਲਾਬਾਦ ਵਾਸਤੇ ਸਾਡੇ ਕੋਲ 75% ਹੈਗੇ ਨੇ ਜਿਹੜੇ ਕਾਊਂਟਿੰਗ ਕਰਨਗੇ। ਫਾਜ਼ਿਲਕਾ ਦੇ ਵਿੱਚ 60, ਅਬੋਹਰ ਦੇ ਵਿੱਚ 75 ਤੇ ਬਲੂਆਣਾ ਦੇ ਵਿੱਚ 72, ਟੋਟਲ 282 ਲੋਕਾਂ ਦਾ ਸਟਾਫ ਜਿਹੜਾ ਹੈਗਾ ਕਾਊਂਟਿੰਗ ਦੇ ਉੱਤੇ ਲਗਾਇਆ ਜਾਊਗਾ। ਜਿਹੜੇ ਕਿ ਕਾਊਂਟਿੰਗ ਟੇਬਲਸ ਹੁੰਦੇ ਨੇ, ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈਗੀਆਂ, ਕਿਉਂਕਿ ਕੋਵਿਡ ਦੀਆਂ ਮੱਦੇਨਜ਼ਰ ਅਸੀਂ ਜਿਹੜੇ ਹੈਗੇ ਆ ਸੇਫਟੀ ਔਰ ਕੋਵਿਡ ਦੀਆਂ ਗਾਈਡਲਾਈਨਸ ਨੂੰ ਦੇਖਦੇ ਹੋਏ ਬਿਲਕੁਲ ਪ੍ਰੀਕਾਸ਼ਨਸ ਲੈਣੀ ਸੀਗੀ ਕਿ ਜਿਹੜੀ ਉਹ ਸਾਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਗਾਈਡਲਾਈਨਸ ਕੀਤੀਆਂ ਹੋਣ। ਉਹਦੇ ਮੁਤਾਬਕ ਅਸੀਂ ਆਪਣੇ ਹਾਲ ਤਿਆਰ ਕੀਤੇ ਹੈਗੇ। ਸਿਰਫ ਸਾਡੇ ਕੋਲ ਇੱਕ ਜਿਹੜੇ ਨੋਰਮਸ ਹੈਗੇ ਨੇ ਹਮੇਸ਼ਾ 14 ਟੇਬਲ ਲੱਗਦੇ ਨੇ। ਜਗ੍ਹਾ ਜਿਹੜੀ ਸੀਗੀ ਅਸੀਂ ਜਦੋਂ ਸਿਲੈਕਟ ਕੀਤੀ ਤੇ ਜਿਹੜਾ ਫਾਜ਼ਿਲਕਾ ਹੈਗਾ, ਫਾਜ਼ਿਲਕਾ ਦੀ ਜਿਹੜੀ ਕੌਂਸਟੀਚੁਐਂਸੀ ਹੈ ਉਹਦੇ ਵਿੱਚ ਸਿਰਫ 12 ਟੇਬਲ ਨੇ, ਬਾਕੀ ਤਿੰਨੇ ਹੀ ਕੌਂਸਟੀਚੁਐਂਸੀਜ਼ ਦੇ ਵਿੱਚ ਸਾਡੇ 14 ਟੇਬਲਸ ਲੱਗੇ ਹੋਏ ਨੇ। ਸੋ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ ਪੋਸਟਲ ਬੈਲਟ ਪੇਪਰ ਅਸੀਂ ਇਸ਼ੂ ਕੀਤੇ ਹੈਗੇ ਨੇ। ਠੀਕ ਹੈ, ਪੋਸਟਲ ਬੈਲਟ ਪੇਪਰ ਦੇ ਵਿੱਚ ਗਾਈਡਲਾਈਨਸ ਹੈਗੀਆਂ ਨੇ ਕਿ ਹਰ 500 ਮੈਕਸੀਮਮ 500 ਇੱਕ ਟੇਬਲ ਦੇ ਉੱਤੇ ਹੋ ਸਕਦੇ ਨੇ ਔਰ ਉਹਦੇ ਵਾਸਤੇ ਅਸੀਂ AROs ਨੂੰ ਲਗਾਉਣਾ ਸੀ ਤੇ ਉਹ ਅਸੀਂ ਪੋਸਟਲ ਬੈਲਟ ਪੇਪਰ ਵਾਸਤੇ ਅਲੱਗ ਤੋਂ ਟੇਬਲ ਲਗਾਏ ਨੇ ਕੌਂਸਟੀਚੁਐਂਸੀ ਵਾਈਜ਼। ਜਲਾਲਾਬਾਦ ਦੇ ਵਿੱਚ ਜਿਹੜੇ 5 ਕਾਊਂਟਿੰਗ ਟੇਬਲ ਨੇ ਪੋਸਟਲ ਬੈਲਟ ਪੇਪਰਸ, ਫਾਜ਼ਿਲਕਾ ਦੇ ਵਾਸਤੇ 2 ਨੇ, ਅਬੋਹਰ 'ਚ 4 ਨੇ ਤੇ ਬੱਲੂਆਣਾ ਦੇ ਵਿੱਚ 3, ਟੋਟਲ 14 ਟੇਬਲ ਲੱਗਣਗੇ ਪੋਸਟਲ ਬੈਲਟ ਪੇਪਰ ਵਾਸਤੇ। ਇਸ ਤੋਂ ਇਲਾਵਾ ਜਿਹੜੇ ਸਾਡੇ ETPBS ਦੇ ਵਿੱਚ ਅਸੀਂ ਜਿਹੜੇ ਸਾਡੇ ਸਰਵਿਸ ਵੋਟਰਸ ਨੇ ਉਹਨਾਂ ਨੂੰ ਪੋਸਟਲ ਬੈਲਟ ਭੇਜਦੇ ਹੈਗੇ ਇਲੈਕਟ੍ਰੋਨਿਕ ਦੇ ਰਾਹੀਂ। ਉਹਦੇ ਵਾਸਤੇ ਅਸੀਂ ਉਹਨਾਂ ਦੇ ਜਦੋਂ ਸਾਡੇ ਕੋਲ ਵਾਪਸ ਰਿਸੀਟ ਹੁੰਦੇ ਤੇ ਇੱਕ QR ਕੋਡ ਅਸੀਂ ਉਹਨਾਂ ਨੂੰ ਸਕੈਨ ਕਰਨਾ ਹੁੰਦਾ ਕਿ ਵਾਕਈ ਜੋ ਅਸੀਂ ਭੇਜਿਆ ਸੀ ਉਹੀ ਸਾਡੇ ਕੋਲ ਵਾਪਸ ਆਇਆ ਹੈਗਾ। ਉਹਦੇ ਵਾਸਤੇ ਅਸੀਂ ਪੂਰੇ ਪ੍ਰਬੰਧ ਕੀਤੇ ਹੋਏ ਨੇ। ਸਾਡੇ ਕੋਲ QR ਕੋਡ ਵਾਸਤੇ ਅਸੀਂ ਜਿਹੜੇ 12 ਸਾਡੇ ਕੋਲ ਹੈਗੇ ਨੇ 9 ਯੂਜ਼ ਹੋਣਗੇ ਤੇ ਬਾਕੀ ਜਿਹੜੇ ਹੈਗੇ ਸਾਡੇ ਕੋਲ ਸਟਾਫ 'ਚ ਉਹ ਜਿਹੜਾ ਹੈਗਾ QR ਕੋਡ ਰੀਡਰ ਜਿਹੜੇ ਹੈਗੇ ਨੇ ਰਿਜ਼ਰਵ ਰੱਖਾਂਗੇ ਅਸੀਂ। ਜੇ ਕੋਈ ਜ਼ਰੂਰਤ ਪੈਂਦੀ ਹੈ, ਖਰਾਬ ਹੋ ਜਾਂਦਾ ਤਾਂ ਉਹਨੂੰ ਅਸੀਂ ਯੂਜ਼ ਕਰਾਂਗੇ। IT ਦੀਆਂ ਸਾਡੀਆਂ ਟੀਮਸ ਨੇ, ਜਿਵੇਂ ਅਸੀਂ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਦੇ ਮੁਤਾਬਿਕ ਅਲੱਗ-ਅਲੱਗ ਰਿਪੋਰਟਾਂ ਭੇਜਣੀਆਂ ਹੁੰਦੀਆਂ ਨੇ ਸਰਕਾਰ ਨੂੰ ਤੇ CO ਪੰਜਾਬ ਨੂੰ ਵੀ ਭੇਜਣੀਆਂ ਹੁੰਦੀਆਂ। ਸਭ ਦੀ ਅਸੀਂ ਟ੍ਰੇਨਿੰਗ ਕਰਵਾਈ ਹੈ, 3 ਵਾਰੀ ਟ੍ਰੇਨਿੰਗ ਹੋਈ ਹੈ। ਰੈਂਡਮਾਈਜੇਸ਼ਨ ਆਫ ਸਟਾਫ ਵੀ ਜਿਹੜੀ ਹੈਗੀ 3 ਵਾਰੀ ਹੋਣੀ ਹੈ। 2 ਵਾਰੀ ਅਸੀਂ ਹੁਣ ਕਰ ਚੁੱਕੇ ਹੈਗੇ, 24 ਆਵਰਸ ਬਿਫੋਰ ਵੀ ਕਰਨੀ ਸੀਗੀ, ਉਹ ਸਾਡਾ ਹੋ ਚੁੱਕਿਆ। ਔਰ ਇੱਕ ਲਾਸਟ ਰੈਂਡਮਾਈਜੇਸ਼ਨ ਸਟਾਫ ਜਿਹੜਾ ਅਸੀਂ ਕਰਨਾ ਉਹ 10 ਤਰੀਕ ਨੂੰ ਸਵੇਰੇ 5 ਵਜੇ ਕਰਾਂਗੇ, ਕਿਉਂਕਿ ਇਹਦੇ ਵਿੱਚ ਅਸੀਂ ਬਿਲਕੁਲ ਇਲੈਕਸ਼ਨ ਕਮਿਸ਼ਨ ਆਫ ਗਾਈਡ ਦੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਨੇ ਬਿਲਕੁਲ ਕਲੀਅਰ ਹੈਗੀਆਂ ਕਿ ਕਿਸੇ ਨੂੰ ਵੀ ਪਤਾ ਨਹੀਂ ਹੋਣਾ ਚਾਹੀਦਾ ਕਿ ਮੈਂ ਕਿਹੜੀ ਜਗ੍ਹਾ ਦੇ ਉੱਤੇ ਟੇਬਲ ਦੇ ਉੱਤੇ ਜਾ ਰਿਹਾ ਫॉर ਫੇਅਰ ਕਾਊਂਟਿੰਗ ਆਲਸੋ। ਸੋ ਅਸੀਂ ਪ੍ਰਬੰਧ ਕਰ ਲਏ ਹੈਗੇ ਨੇ। ਇਸ ਤੋਂ ਇਲਾਵਾ ਵੀਵੀਪੈਟ ਤੁਹਾਨੂੰ ਪਤਾ ਨਾ ਵੋਟਰ ਸਲਿਪਸ ਜਿਹੜੀਆਂ ਹੁੰਦੀਆਂ ਨੇ ਉਹਦੇ ਵਾਸਤੇ ਗਾਈਡਲਾਈਨਸ ਦੇ ਮੁਤਾਬਿਕ ਇੱਕ ਸੈਪਰੇਟ ਅਸੀਂ ਇਨਕਲੋਜ਼ਰ ਬਣਾਇਆ ਜਿਹਨੂੰ ਪਿਜਨ ਹੋਲ ਇਨਕਲੋਜ਼ਰ ਕਹਿੰਦੇ ਨੇ।
वो इस करके बनाया गया ताकि जो ਅਸੀਂ ਉਹਨਾਂ ਦੀ ਗਿਣਤੀ ਕਰਾਂਗੇ ਤਾਂ ਕੋਈ ਵੀ ਜਿਹੜਾ ਹੈਗਾ ਸਲਿੱਪ ਵਗੈਰਾ ਜਿਹੜੀ ਉੜ ਕੇ ਜਾਂ ਕਿਸੇ ਵੀ ਕਾਰਨ ਦੇ ਨਾਲ ਬਾਹਰ ਨਾ ਜਾ ਸਕੇ ਔਰ ਕਿਸੇ ਅਨਆਥੋਰਾਈਜ਼ਡ ਸਟਾਫ ਦੇ ਹੱਥ ਦੇ ਵਿੱਚ ਨਾ ਹੋਵੇ। ਐਜ਼ ਪਰ ਗਾਈਡਲਾਈਨਸ ਅਸੀਂ 5 ਵੀਵੀਪੈਟ ਮਸ਼ੀਨਾਂ ਦੀ ਜਿਹੜੀ ਹੈਗੀ ਰੈਂਡਮ ਗਿਣਤੀ ਕਰਨੀ ਹੈਗੀ ਤੇ ਇਨ ਕੇਸ ਕਿਤੇ ਕੋਈ ਜ਼ਰੂਰਤ ਪੈਂਦੀ ਹੈ ਜਾਂ ਕਿਸੇ ਜਿਹੜੇ ਹੈਗੇ ਪੋਲੀਟੀਕਲ ਪਾਰਟੀ ਵੱਲੋਂ ਜੇ ਕੋਈ ਡਿਮਾਂਡ ਕੀਤੀ ਜਾਂਦੀ ਹੈ ਕਿ ਨਹੀਂ ਅਸੀਂ ਹੋਰ ਕੋਈ ਮਸ਼ੀਨ ਦੀ ਚੈਕਿੰਗ ਕਰਾਉਣਾ ਚਾਹੁੰਦੇ ਹਾਂ, ਵੀਵੀਪੈਟ ਦੀ ਗਿਣਤੀ ਕਰਾਉਣਾ ਚਾਹੁੰਦੇ ਹਾਂ, ਤਾਂ ਉਹ ਜਿਹੜਾ ਹੈ ਆਰਓ ਇਜ਼ ਦਾ ਓਵਰਆਲ ਇੰਚਾਰਜ ਆਫ ਦਾ ਹੋਲ, ਉਹ ਆਪਣੇ ਆਪ ਡਿਸਾਈਡ ਕਰੇਗਾ ਮੌਕੇ ਦੇ ਮੁਤਾਬਿਕ ਐਂਡ ਰੂਲਸ ਦੇ ਮੁਤਾਬਿਕ ਕਿ ਉਹਨੂੰ ਫਿੱਟ ਲੱਗਦਾ ਹੈਗਾ ਕਿ ਨਹੀਂ। ਉੱਥੇ ਅਬਜ਼ਰਵਰ ਹੋਏਗਾ, ਅਬਜ਼ਰਵਰ ਦੇ ਨਾਲ ਸਲਾਹ ਕਰੇਗਾ, ਦੈਨ ਹੀ ਵਿਲ ਡਿਸਾਈਡ ਕਿ ਵੈਦਰ ਟੂ ਗੋ ਫॉर ਇਟ অর ਨਾਟ। ਇਸ ਤੋਂ ਬਾਅਦ ਸਾਡਾ ਆ ਜਾਂਦਾ ਹੈਗਾ ਕਿ ਜਦੋਂ ਮਸ਼ੀਨਾਂ ਦੀ ਗਿਣਤੀ ਵੋਟਾਂ ਦੀ ਗਿਣਤੀ ਖਤਮ ਹੋ ਜਾਂਦੀ ਹੈਗੀ ਹੈ, ਸਾਡਾ ਸਾਰਾ ਪ੍ਰੋਸੈਸ ਪੂਰਾ ਹੋ ਜਾਂਦਾ ਹੈ। ਸਾਡੀਆਂ ਮਸ਼ੀਨਾਂ ਵਾਪਸ ਅਸੀਂ ਸਟੋਰ ਰੂਮ ਦੇ ਵਿੱਚ ਪਹੁੰਚਾ ਦਿੰਦੇ ਹੈਗੇ, ਜਿਹੜਾ ਸਾਡਾ ਸਟਰੋਂਗ ਰੂਮ ਹੈਗਾ ਆ। ਫਾਜ਼ਿਲਕਾ ਦੇ ਵਿੱਚ ਇੱਕ ਵੇਅਰ ਹਾਊਸ ਬਣਿਆ ਹੋਇਆ ਹੈਗਾ ਜਿੱਥੇ ਕਿ ਅਲਟੀਮੇਟਲੀ ਅਸੀਂ ਮਸ਼ੀਨਾਂ ਨੂੰ ਲੈ ਕੇ ਜਾਣਾ ਹੈ। ਪਰ ਕਿਉਂਕਿ ਅਪੀਲ ਦਾ ਪੀਰੀਅਡ ਹੁੰਦਾ 45 ਡੇਜ਼ ਦਾ, ਜੇ ਕੋਈ ਬੰਦਾ ਕਿਸੇ ਰਿਜ਼ਲਟ ਤੋਂ ਸੈਟੀਸਫਾਈਡ ਨਹੀਂ ਹੈ ਤਾਂ 45 ਡੇਜ਼ ਦੇ ਵਿੱਚ ਐਜ਼ ਪਰ ਗਾਈਡਲਾਈਨਸ ਆਪਣੀ ਅਪੀਲ ਕਰ ਸਕਦਾ ਹੁੰਦਾ ਹੈ। ਤੇ 45 ਡੇਜ਼ ਦੇ ਵਿੱਚ ਜੇ ਸਾਨੂੰ ਕੋਈ ਵੀ ਪ੍ਰਾਪਤ ਨਹੀਂ ਹੁੰਦੀ ਅਪੀਲ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਤੇ ਅਸੀਂ ਜਿਹੜੀਆਂ ਆਪਣੀਆਂ ਸਟਰੋਂਗ ਰੂਮ ਦੀਆਂ ਮਸ਼ੀਨਸ ਹੈਗੀਆਂ ਤੇ ਵੇਅਰ ਹਾਊਸ ਦੇ ਵਿੱਚ ਟ੍ਰਾਂਸਫਰ ਕਰ ਦਾਂਗੇ। ਸੋ ਇਹ ਤੇ ਸਾਡੇ ਸਾਰੇ ਅਰੇਂਜਮੈਂਟਸ ਵਾਸਤੇ ਹੈਗੇ ਆ। ਇਸ ਤੋਂ ਇਲਾਵਾ ਮੀਡੀਆ ਦੇ ਵਾਸਤੇ ਗਾਈਡਲਾਈਨਸ ਅਸੀਂ ਜਿਹੜੇ ਹੈਗੇ ਹਰ ਆਰਓ ਨੇ ਆਪਣਾ ਇੱਕ ਮੀਡੀਆ ਸੈੱਲ ਬਣਾਇਆ ਹੈਗਾ। ਉਸ ਮੀਡੀਆ ਸੈੱਲ ਦੇ ਵਿੱਚ ਜਿਹੜੇ ਆਥੋਰਾਈਜ਼ਡ ਹੈਗੇ ਨੇ ਪੱਤਰਕਾਰ ਉਹਨਾਂ ਨੂੰ ਅਲਾਉਡ ਕੀਤਾ ਗਿਆ ਹੈਗਾ ਆ ਐਜ਼ ਪਰ ਗਾਈਡਲਾਈਨਸ। ਤੁਹਾਡੇ ਪਾਸ ਤੁਹਾਨੂੰ ਮਿਲ ਗਏ ਹੋਣਗੇ। ਅਸੀਂ ਤੁਹਾਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਬਹੁਤ ਹੀ ਅੱਛੇ ਢੰਗ ਦੇ ਨਾਲ ਗਾਈਡਲਾਈਨਸ ਦੇ ਮੁਤਾਬਿਕ ਆ ਕੇ ਕੋਵਿਡ ਦੀਆਂ ਗਾਈਡਲਾਈਨਸ ਨੂੰ ਮੰਨਦੇ ਹੋਏ ਫੋਲੋ ਕਰਦੇ ਹੋਏ ਸਾਡੇ ਮੀਡੀਆ ਸੈਂਟਰ ਤੇ ਆਵੋ। ਉੱਥੇ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਮਿਲੇਗੀ। ਉੱਥੇ ਸਕਰੀਨ ਲੱਗੀ ਹੋਏਗੀ ਜਿੱਥੋਂ ਕਿ ਜਿਵੇਂ ਰਾਊਂਡ ਵਾਈਜ਼ ਬਾਹਰੋਂ ਤੁਹਾਨੂੰ ਪਤਾ ਲੱਗਦਾ ਰਹੇਗਾ ਕਿ ਕੀ ਰਿਜ਼ਲਟ ਆ ਰਿਹਾ ਹੈਗਾ, ਕਿਸ ਕੈਂਡੀਡੇਟ ਨੂੰ ਕੀ ਵੋਟਾਂ ਮਿਲ ਰਹੀਆਂ ਨੇ, ਕੀ ਰਾਊਂਡ ਦਾ ਹਿਸਾਬ ਕਿਤਾਬ ਹੈ। ਉੱਥੇ ਸਾਡੇ ਬੈਠੇ ਹੋਣਗੇ। ਉਸ ਤੋਂ ਇਲਾਵਾ ਅਸੀਂ ਆਪਣੇ ਹੈੱਡਕੁਆਟਰ ਦੇ ਉੱਤੇ ਵੀ ਇੱਕ ਮੀਡੀਆ ਸੈਂਟਰ ਬਣਾਇਆ। ਅਸੀਂ ਸਾਰੀਆਂ ਰਿਪੋਰਟਸ ਨੂੰ ਇਕੱਠੀਆਂ ਕਰਾਂਗੇ ਜਿਵੇਂ ਵੀ ਆਰਓ ਵਾਈਜ਼ ਹੈਗੀਆਂ ਤੇ ਤੁਸੀਂ ਸਾਡੇ ਤੋਂ ਵੀ ਇੱਥੋਂ ਜਾਣਕਾਰੀ ਲੈ ਸਕਦੇ ਹੈਗੇ। ਸਾਡੇ ਆਪਣੇ ਕੰਟਰੋਲ ਰੂਮ ਦੇ ਜਿਹੜਾ ਕਿ ਅਸੀਂ ਐਸੀ ਹਾਲ ਦੇ ਵਿੱਚ ਬਣਾ ਰਹੇ ਹੈਗੇ। ਸਾਡਾ ਆਫਿਸਰ ਇੱਥੇ ਬੈਠਾ ਹੋਊਗਾ। ਕਾਊਂਟਿੰਗ ਵਾਸਤੇ ਹਰ ਹਲਕੇ ਵਾਸਤੇ ਇੱਕ ਅਲੱਗ ਤੋਂ ਆਬਜ਼ਰਵਰ ਸਾਹਿਬ ਆਏ ਹੈਗੇ ਨੇ। ਉਹ ਸਾਡੇ ਕੋਲ ਆਲਰੇਡੀ ਪਹੁੰਚ ਚੁੱਕੇ ਹੈਗੇ ਨੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਜਿਹੜਾ ਅਸੀਂ ਕਾਊਂਟਿੰਗ ਸਟਾਫ ਦੀ ਜਿਹੜੀ ਹੈਗੀ ਇੱਕ ਟ੍ਰੇਨਿੰਗ ਵੀ ਕਰਾਈ ਹੈ ਔਰ ਉਹਨਾਂ ਦੀ ਰੈਂਡਮਾਈਜੇਸ਼ਨ ਵੀ ਕੀਤੀ ਹੈ। ਤੁਸੀਂ ਜਿਹੜੇ ਪੱਤਰਕਾਰ ਸਾਹਿਬ ਹੈ ਨੇ ਆਪਣੇ ਮੀਡੀਆ ਸੈਂਟਰ ਕਾਊਂਟਿੰਗ ਹਾਲ ਤੋਂ ਕੁਝ ਦੂਰੀ ਤੇ ਬਣੇਗਾ। ਉਸ ਤੋਂ ਅੱਗੇ ਕਿਸੇ ਨੂੰ ਵੀ ਜਾਣਾ ਅਲਾਉਡ ਨਹੀਂ ਹੋਏਗਾ। ਜੇ ਜਾਣਾ ਵੀ ਹੋਏਗਾ ਤੇ ਐਜ਼ ਪਰ ਗਾਈਡਲਾਈਨਸ ਹੋਣਗੀਆਂ। ਡੀਪੀਆਰਓ ਸਾਹਿਬ ਜਿਹੜੇ ਸਿਲੈਕਟਡ ਪੱਤਰਕਾਰ ਹੈਗੇ ਨੇ ਉਹਨਾਂ ਨੂੰ ਇੱਕ ਵਾਰੀ ਅੰਦਰ ਲੈ ਕੇ ਜਾਣਗੇ, ਪਰ ਅੰਦਰ ਤੁਸੀਂ ਮੋਬਾਈਲ ਫੋਨ ਨਹੀਂ ਲੈ ਕੇ ਜਾਓਗੇ। ਯੂ ਵਿਲ ਹੈਵ ਸਟਿਲ ਕੈਮਰਾਸ ਔਰ ਉਹ ਵੀ ਤੁਸੀਂ ਹਦਾਇਤਾਂ ਦੇ ਮੁਤਾਬਿਕ ਹੀ ਇੱਕ ਕਿਤੇ ਪਾਰਟਿਕੂਲਰ ਪਲੇਸ ਦੇ ਉੱਤੇ ਜਿੱਥੇ ਤੁਹਾਨੂੰ ਆਰਓ ਹੈਗਾ ਉੱਥੇ ਖੜੇ ਹੋ ਕੇ ਕਵਰੇਜ ਕਰ ਸਕਦੇ ਹੋ। ਗਾਈਡਲਾਈਨਸ ਦੇ ਮੁਤਾਬਿਕ ਜੋ ਸਾਡੀਆਂ ਮਸ਼ੀਨਾਂ ਨੇ ਉਸ ਮਸ਼ੀਨ ਦੀ ਜਿਹੜਾ ਡਿਸਪਲੇ ਹੈਗਾ ਉਹ ਕਿਸੇ ਵੀ ਹਾਲ ਦੇ ਵਿੱਚ ਤੁਸੀਂ ਨਹੀਂ ਕਰੋਗੇ ਕਿਉਂਕਿ ਸੀਕ੍ਰੇਸੀ ਆਫ ਵੈਲਿਡ ਜਿਹੜੀ ਅਸੀਂ ਮੇਨਟੇਨ ਕਰਨੀ ਹੁੰਦੀ ਹੈ। ਕਾਊਂਟਿੰਗ ਹਾਲ ਦੇ ਅੰਦਰ ਕਿਸੇ ਨੂੰ ਵੀ ਮੋਬਾਈਲ ਦੀ ਆਗਿਆ ਨਹੀਂ ਹੈਗੀ। ਕਾਊਂਟਿੰਗ ਹਾਲ ਤੋਂ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਕੇ ਵਾਪਸ ਮੀਡੀਆ ਸੈਂਟਰ ਹੀ ਤੁਸੀਂ ਆਓਗੇ ਤੇ ਉੱਥੋਂ ਹੀ ਜੋ ਵੀ ਆਪਣਾ ਤੁਸੀਂ ਅੱਗੇ ਜੋ ਤੁਹਾਡੇ ਹਾਊਸ ਨੇ ਜਾਂ ਮੀਡੀਆ ਹਾਊਸ ਨੇ ਜਾਂ ਪਬਲਿਸ਼ਿੰਗ ਹਾਊਸ ਨੇ ਤੁਸੀਂ ਉੱਥੋਂ ਉਹਨਾਂ ਨੂੰ ਰਿਪੋਰਟ ਕਰੋਗੇ। ਤੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ 10 ਤਰੀਕ ਨੂੰ ਟਰਾਈ ਡੇ ਡਿਕਲੇਅਰਡ ਹੈਗਾ। ਹਰ 500 ਪੋਸਟਲ ਬੈਲਟ ਪੇਪਰ ਵਾਸਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਤਾ ਇੱਕ ਟੇਬਲ ਬਣੇਗਾ। ਇਸ ਤੋਂ ਇਲਾਵਾ ਜਿਹੜੇ ਸਾਡੇ ਪੋਸਟਲ ਬੈਲਟ ਨੇ ਨਾਲ ਦੀ ਨਾਲ 8:30 ਵਜੇ ਸ਼ੁਰੂ ਹੋ ਜਾਣਗੇ ਸਵੇਰੇ। ਰੈਂਡਮਲੀ ਨਹੀਂ ਹੋਊਗਾ। ਇੱਦਾਂ ਨਹੀਂ ਹੈਗਾ ਕਿ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਖਤਮ ਹੋਵੇ ਤੇ ਨਾਲ ਦੀ ਨਾਲ ਦੂਸਰੇ ਰਾਊਂਡ ਚੱਲਣ। ਉਹ ਸਾਈਮਲਟੇਨੀਅਸਲੀ ਇਕੱਠੇ ਹੀ ਚੱਲਣਗੇ। ਉਹ ਆਪਣੇ ਟੇਬਲ ਅਲੱਗ ਤੋਂ ਗਿਣਤੀ ਕਰਦੇ ਰਹਿਣਗੇ ਔਰ ਜਿਹੜੀਆਂ ਮਸ਼ੀਨਾਂ ਦੀ ਗਿਣਤੀ ਹੈਗੀ ਅਲੱਗ ਤੋਂ ਸ਼ੁਰੂ ਹੋ ਜਾਏਗੀ। ਸੋ ਦਿਸ ਇਜ਼ ਆਲ। ਹੁਣ ਮੈਂ ਤੁਹਾਨੂੰ ਐਸਐਸਪੀ ਸਾਹਿਬ ਨੂੰ ਕਹੂੰਗੀ ਕਿ ਤੁਸੀਂ ਜਿਹੜਾ ਹੈਗਾ ਕੋਈ ਆਪਣੇ ਵੱਲੋਂ ਆਪਣੇ ਲਾਅ ਐਂਡ ਆਰਡਰ ਬਾਰੇ ਜੋ ਵੀ ਦੱਸਣਾ ਚਾਹੁੰਦੇ ਹੋ ਹੀ ਵਿਲ ਐਕਸਪਲੇਨ। जैसे कि मैडम ने एक्सप्लेन किया 10 तारीख ਨੂੰ ਆਪਾਂ ਗਿਣਤੀ ਹੋਣ ਵਾਲੀ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੰਨੇ ਵੀ ਕਾਊਂਟਿੰਗ ਸੈਂਟਰਸ ਹੈ ਉੱਥੇ ਆਪਾਂ ਪਹਿਲੇ ਹੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਹੈ। ट्रैफिक ਨੂੰ मद्देनजर रखते हुए आप लोगों से विनती की गई है कि आप काउंटिंग हॉल से तो पहले ही गड्डियां रुकवा देंगे तो तुसी अपनी गड्डियां डेजिग्नेटेड पार्किंग स्पॉट्स जो बनाए हुए हैं उत्थे ही पार्क करो। उत्थे आपको पैदल आना पैना है।
सुरक्षा की नज़र से देखते हुए मैं फिर अपील करांगा कि तुसी किसी भी तरह का कोई भी चीज़ कैरी ना करे हो जो बेसिक इक्विपमेंट्स कुछ होंगे थोड़े हैं। इसके अलावा वहाँ पे थोड़ी 3 टायर फ्रिस्किंग रहेगी तो जिससे कि कोई भी किसी भी तरह का शरारती एलिमेंट अंदर ना आ पाए। सुरक्षा की नज़र मद्देनज़र तो सानू बाहर से भी एक्स्ट्रा फोर्स मिली है पर उसमें भी डिप्लॉय कर रहे हैं तो पूरे डिस्ट्रिक्ट में वक्त थावों पे नाके और जो काउंटिंग सेंटर्स हैं उसके अराउंड कट ऑफ नाका से लगा रहे हैं। बहुत बलुआना की जो काउंटिंग सेंटर है उनका सुपरविजन SP हेडक्वार्टर करांगे, उन्होंने नाल 4 DSP रवांगे तो उसी तरह से फाजिलका और जलालाबाद के जो काउंटिंग सेंटर्स हैं उन्होंने सुरक्षा इंचार्ज SPD साहब रहेंगे, उनके साथ भी 4 अपने DSP साहबान रहेंगे तो रिजर्व फोर्स भी रहेगी। तो मेरी आपसे फिर से गुजारिश ये है कि पहले ही रूट डाइवर्जन प्लान किसी देखते हुए उदा जिथे भी गड्डियाँ खड़ी करनी है उत्थे ही गड्डियाँ खड़ी करो और जैसे मैडम ने कहा है कि DPRO नाल तुहाडे जो वैलिड आई कार्ड है उन्होंने लैके ही आओ जिससे कि तुहानू असुविधा ना होए और जो प्रोटोकॉल्स माने इलेक्शन कमीशन ने दिते हैं उन्होंने फॉलो करिए प्लीज। थैंक यू सर कितनी फोर्स जी इस वोट हैव टू गो इनटू दोस थिंग्स। मैम अलग अलग कॉन्स्टिट्यूएंसी कितने राउंड होंगे? मैक्सिमम सारे ਜਿਹੜੇ ਹੈਗੇ ਨੇ ਜਲਾਲਾਬਾਦ ਦੇ ਰਾਉਂਡ ਨੇ ਟੇਬਲਸ ਦੇ ਹਿਸਾਬ ਦੇ ਨਾਲ 14 ਟੇਬਲ ਹੁੰਦੇ ਨੇ ਐਟ ਏ ਟਾਈਮ 14 ਮਸ਼ੀਨਾਂ ਸਾਡੀਆਂ ਚੱਲ ਰਹੀਆਂ ਹੁੰਦੀਆਂ ਨੇ ਪਰ ਫਾਜ਼ਿਲਕਾ ਦੇ ਵਿੱਚ 12 ਹੋਣਗੀਆਂ ਕਿਉਂਕਿ ਉੱਥੇ 12 ਟੇਬਲ ਲੱਗੇ ਹੋਏ। ਸਾਡੇ ਨੰਬਰ ਆਫ ਪੋਲਿੰਗ ਸਟੇਸ਼ਨ ਜਲਾਲਾਬਾਦ ਦੇ ਵਿੱਚ 252 ਨੇ, ਉਹਨਾਂ ਦੇ 18 ਰਾਉਂਡਸ ਨੇ। 80 ਫਾਜ਼ਿਲਕਾ ਦੇ 18 ਰਾਉਂਡਸ ਨੇ। ਅਬੋਹਰ ਦੇ ਵਿੱਚ ਕਿਉਂਕਿ ਪੋਲਿੰਗ ਸਟੇਸ਼ਨ 170 ਨੇ ਇਸ ਕਰਕੇ ਉੱਥੇ ਸਭ ਤੋਂ ਘੱਟ ਹੈਗਾ 13 ਰਾਉਂਡ ਚੱਲਣਗੇ। ਬੱਲੂਆਣਾ ਦੇ ਵਿੱਚ ਜਿਹੜੇ 199 ਬੂਥ ਨੇ ਇਸ ਕਰਕੇ 14 ਰਾਉਂਡਸ। ਸੋ ਜਦੋਂ ਇਹ ਸਾਰੇ ਰਾਉਂਡਸ ਕੰਪਲੀਟ ਹੋ ਜਾਣਗੇ ਆਈ ਹੋਪ ਕਿ ਅਸੀਂ 2-3 ਵਜੇ ਤੱਕ ਸਾਡੇ ਪ੍ਰੋਸੈਸ ਜਿਹੜਾ ਹੈਗਾ ਆਲਮੋਸਟ ਕੰਪਲੀਟ ਹੋਣ ਦਾ ਚਾਂਸਿਸ ਹੈਗੇ।